ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਗਗਨ ਬੇਦੀ। ਕਿਸਾਨ ਅੰਦੋਲਨ ਦੇ ਨਾਲ ਜਿਹਨੇ ਵੀ ਹਮਾਇਤ ਕੀਤੀ ਹੈ ਤਾਂ ਉਹਦਾ ਖਾਮਿਆਜ਼ਾ ਜ਼ਰੂਰ ਭੁਗਤਣਾ ਪਿਆ ਸਿੱਧੇ ਤੌਰ ਤੇ ਜਦੋਂ ਕਿਸਾਨ ਅੰਦੋਲਨ ਦੀ ਗੱਲ ਆਉਂਦੀ ਹੈ, ਗੋਲਡਨ ਹੱਟ ਰਾਮ ਸਿੰਘ ਰਾਣਾ ਹੋਰਾਂ ਦਾ ਨਾਮ ਵੀ ਸਾਹਮਣੇ ਆ ਜਾਂਦਾ ਹੈ ਤਾਂ ਇਹਨਾਂ ਨੂੰ ਲਗਾਤਾਰ ਖਾਮਿਆਜ਼ਾ ਵੀ ਭੁਗਤਣਾ ਪੈ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ ਤੇ ਕੁਝ ਵਾਇਰਲ ਹੋਈਆਂ ਤਾਂ ਮੈਨੂੰ ਲੱਗਿਆ ਕਿ ਜ਼ਰੂਰ ਹਰ ਤਰ੍ਹਾਂ ਦੇ ਨਾਲ, ਹਰ ਢੰਗ ਦੇ ਨਾਲ ਇਹ ਚੀਜ਼ ਦਿਖਾਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਆਹ ਤਸਵੀਰਾਂ ਦੇਖੋ ਤੁਸੀਂ। ਇਹ ਜਿਹੜਾ ਕੱਟ ਬੰਦ ਕਰ ਦਿੱਤਾ ਗਿਆ ਕਿਉਂਕਿ ਲੋਕ ਇੱਥੋਂ ਇਹਨਾਂ ਦੇ ਕੋਲ ਆਉਂਦੇ ਸੀਗੇ ਤਾਂ ਇਹ ਕੱਟ ਬੰਦ ਕਰ ਦਿੱਤਾ ਗਿਆ। ਤੁਸੀਂ ਦੇਖੋਗੇ ਪਿੱਛੋਂ ਦੀ ਉਹ ਦੇਖੋ ਤੁਸੀਂ, ਸਾਰਾ ਇਹ ਕੱਟ ਬੰਦ ਆ। ਜੇ ਬਹੁਤੀਆਂ ਥਾਵਾਂ ਤੇ ਕੀਤਾ ਗਿਆ ਤਾਂ ਘੱਟ ਆ, ਪਰ ਇੱਥੇ ਤੁਸੀਂ ਦੇਖੋਗੇ। ਦਰਸ਼ੀ ਨੂੰ ਮੈਂ ਕਹੂੰਗਾ ਇੱਕ ਵਾਰ ਦਿਖਾ ਦੇਵੇ ਤਾਂ ਫਿਰ ਹੋਰ ਗੱਲਬਾਤ ਕਰਾਂਗੇ। ਰਾਮ ਸਿੰਘ ਰਾਣਾ ਸਾਡੇ ਨਾਲ ਨੇ ਤੇ ਵੱਡੀ ਗੱਲ ਇਹ ਹੈ ਦਰਸ਼ੀ ਜੇ ਦਿਖਾਵੇ ਤਾਂ ਪੁਲਿਸ ਦੀ ਵੀ ਨਫਰੀ ਪੂਰੀ ਲਗਾਈ ਹੋਈ ਆ। ਤੁਸੀਂ ਦੇਖੋ ਕਿ ਪੁਲਿਸ ਵੀ ਪੂਰੀ ਇੱਥੇ ਲੱਗੀ ਹੋਈ ਹੈ। ਹਾਲਾਂਕਿ ਮੈਨੂੰ ਨਹੀਂ ਪਤਾ ਕਿ ਪੁਲਿਸ ਦੀ ਇੱਥੇ ਕੀ ਲੋੜ ਹੈ ਕੀ ਨਹੀਂ ਲੋੜ। ਤੁਸੀਂ ਦੇਖੋ ਜਿਵੇਂ ਕੋਈ ਮਿਨਿਸਟਰ ਆਇਆ ਹੁੰਦਾ ਉਨੀ ਦਾ ਪੁਲਿਸ ਇੱਥੇ ਲਾ ਕੇ ਰੱਖੀ ਹੋਈ ਆ, ਦੇਖੋ ਤੁਸੀਂ। ਔਰ ਦਰਸ਼ੀ ਇੱਕ ਵਾਰ ਫਿਰ ਤੋਂ ਦਿਖਾਵੇਂ ਜੇ, ਆ ਦੇਖੋ ਤੁਸੀਂ ਸਾਰਾ ਜਿਹੜਾ ਰਸਤਾ ਬੰਦ ਕੀਤਾ ਹੋਇਆ। ਕੱਲਾ ਆਹੀ ਕੱਟ ਨਹੀਂ ਬੰਦ ਹੈਗਾ, ਇਹ ਪੂਰੀ ਸਲਿੱਪ ਬੰਦ ਹੋਈ ਆ। ਹੁਣ ਦੇਖੋ ਕੈਮਰੇ ਨੂੰ ਦੇਖ ਕੇ ਪੁਲਿਸ ਵਾਲੇ ਨਿਕਲ ਗਏ ਨੇ। ਆ ਦੇਖੋ ਤੁਸੀਂ, ਇਹ ਮੇਨ ਦਿੱਲੀ ਰੋਡ ਹੈ ਤੇ ਇਹ ਕੁਰੂਕਸ਼ੇਤਰ ਦੇ ਵਿੱਚ ਇਹਨਾਂ ਦਾ ਢਾਬਾ ਪੈਂਦਾ ਰਾਮ ਸਿੰਘ ਰਾਣਾ ਹੋਰਾਂ ਦਾ, ਤਾਂ ਇੱਕ ਪੈਂਦਾ ਸਿੰਘੂ ਬਾਰਡਰ ਤੇ ਜਿੱਥੇ ਇਹਨਾਂ ਦੇ ਵੱਲੋਂ ਨਿਰੰਤਰ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਆ। ਤਾਂ ਆਹ ਦੇਖੋ ਤੁਸੀਂ, ਆ ਸਾਰਾ ਕੱਟ ਜਿਹੜਾ ਬੰਦ ਕਰ ਦਿੱਤਾ ਗਿਆ। ਔਰ ਉਹ ਦੇਖੋ, ਤੁਹਾਨੂੰ ਜੇ ਜ਼ੂਮ ਕਰਕੇ ਵੀ ਦਿਖਾਇਆ ਜਾਵੇ ਤਾਂ ਉਹ ਅੱਗੇ ਤੱਕ ਵੀ ਕੱਟ ਬੰਦ ਕੀਤਾ ਗਿਆ। ਜੇ ਤੁਸੀਂ ਮਤਲਬ ਹੁਣ ਇੱਥੇ ਆਉਣਾ ਤਾਂ ਬਹੁਤ ਦੂਰੋਂ ਘੁੰਮ ਕੇ ਆਉਣਾ ਪਊਗਾ। ਔਰ ਜਿਹੜੇ ਲੋਕ ਹੁੰਦੇ ਨੇ, ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਇੰਨੀ ਮਿਹਨਤ ਕਰਦੇ ਨੇ, ਅਗਲਾ ਨਾਲ ਦੀ ਨਾਲ ਹੀ ਆ ਜਾਂਦਾ। ਤਾਂ ਰਾਮ ਸਿੰਘ ਰਾਣਾ ਨੇ ਨਾਲ ਸਾਡੇ। ਰਾਣਾ ਸਾਹਿਬ, ਇਹ ਫਿਰ ਪੂਰਾ ਮੁੱਲ ਤਾਰ ਰਹੇ ਹੋ ਕਿਸਾਨਾਂ ਦੀ ਜਿਹੜੀ ਹਮਾਇਤ ਕਰਨ ਦਾ ਮੁੱਲ ਤੁਹਾਨੂੰ ਤਾਰਨਾ ਪੈ ਰਿਹਾ ਹੈ ਨਾ। ਪਹਿਲੇ ਦਿਨ ਤੋਂ ਤਾਂ ਤੁਸੀਂ ਲੱਗੇ ਹੋ ਔਰ ਇਹ ਮੈਂ ਕਹਿੰਦਾ ਜਿਹੜਾ ਜਿੱਥੋਂ ਤੁਹਾਨੂੰ ਆਰਥਿਕ ਤੌਰ ਤੇ ਥੋੜੀ ਹੈਲਪ ਹੋ ਰਹੀ ਸੀ ਉਹਤੇ ਉੱਤੇ ਵੀ ਸੱਟ ਮਾਰੀ ਹੁਣ ਪ੍ਰਸ਼ਾਸਨ ਨੇ। पहले तो सभी भाइयों को राम राम, नमस्कार, सत श्री अकाल। ऐसे जी, ये तो हम जिस दिन पहले दिन खड़े हुए थे तो हमें पता था कि भाई ये ऐसे ही होएगा। गवर्नमेंट है ये परेशान तो करेगी हमें, जब हम खुल के किसानों के साथ खड़े हुए थे। लेकिन ये नहीं पता था भाई इतनी नीच हरकत करेगी। पर चलो, जो गवर्नमेंट ने करना था, और गवर्नमेंट से भी मैं तो रिक्वेस्ट करूँगा हाथ जोड़ से, अगर कुछ और भी करना हो तो कर ले, कोई ऐसी बात नहीं है। ਆ ਦੇਖੋ ਤੁਸੀਂ ਨਾਲ ਪਿੱਛੇ ਦੇਖ ਸਕਦੇ ਹੋ। ਰਾਣਾ ਸਾਹਿਬ, ਇਹਦਾ ਇਸ ਕੱਟ ਦੇ ਬੰਦ ਹੋਣ ਦਾ ਬਹੁਤ ਮੈਨੂੰ ਲੱਗਦਾ ਨੁਕਸਾਨ ਹੁੰਦਾ ਹੋਣਾ, ਕਿਉਂਕਿ ਹਰ ਕਿਸੇ ਦੀ ਇਹ ਹੁੰਦੀ ਆ ਕਿ ਜਦ ਹੀ ਗੱਡੀ ਮੋੜ ਕੇ ਆਪਾਂ ਲਾ ਲਈਏ ਤੇ ਆ ਜਾਈਏ, ਰੋਟੀ ਖਾ ਲਈਏ। ऐसे जी 3 दिन हो गए, पूरी भी नहीं हुई कि नुकसान तो ये है। पर चलो कोई नहीं, ये तो बहुत छोटी सी बात है। होटल बंद हो गया तो क्या हो गया, हमने तो एक होटल अपनी मर्जी से बंद कर रखा। लेकिन दुख आता है सरकार की नीतियों से। यहाँ से हमें रोज का लगभग 1.5-2 लाख के आसपास का हमारा लंगर में हेल्प हो जाती थी। ठीक है, अब देखेंगे क्या होएगा, जैसे भी होगा। क्यों, वो जिम्मेवारी इससे बड़ी है। ऐसे उस पर 100 होटल कुर्बान, तो कोई दिक्कत नहीं है। जो कुछ होएगा परमात्मा जो हमारे भाग्य में होगा तो कुछ। ਅੱਛਾ, ਇੱਕ ਇਹ ਵੀ ਗੱਲ ਆ ਜੋ ਅਸੀਂ ਦੇਖਿਆ ਕਿ ਪੁਲਿਸ ਦੀ ਵੀ ਬਹੁਤ ਨਫਰੀ ਵਧੀ ਪਈ ਆ। ਪੁਲਿਸ ਵਾਲੇ ਇੱਥੇ ਆਏ ਹੋਏ ਨੇ ਹੈ ਨਾ, ਇੱਕ ਪ੍ਰੈਸ਼ਰ ਜਿਹਾ ਬਿਲਟ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਔਰ ਮੀਡੀਆ ਨੂੰ ਦੇਖ ਕੇ ਨਿਕਲ ਜਾਂਦੇ ਆ। ऐसा है जी, अब समझ नहीं आ रहा। अब हम पूछते हैं तो हम तो वैसे आए हैं देखने। चलो, जो देखने तो उनको क्या देखना है, मेरे को तो पता नहीं है क्या देखने आते हैं। लेकिन जो भी है, प्रशासन है, ज़्यादा भी हम बहस नहीं कर सकते। ਅੱਛਾ, ਜਦੋਂ ਇਹ ਕੱਟ ਬੰਦ ਕੀਤਾ ਗਿਆ, ਪੁੱਛਿਆ ਤੁਸੀਂ ਉਦੋਂ ਕਿਉਂ ਕੱਟ ਬੰਦ ਕਰ ਰਹੇ ਹੋ? ਤੁਸੀਂ ਮੇਰੇ ਖਿਆਲ ਉੱਥੇ ਹੋਵੋਗੇ ਦਿੱਲੀ ਜਿਹੜੇ ਨੇੜੇ ਵਾਲਾ ਹੋਟਲ ਆ ਜਿਹੜਾ। हाँ जी, मैं परले वाले होटल पे था। मेरी तो सिर्फ बात हुई तो लड़के बोले जी ये तो ये कह रहे हैं ऊपर से ऑर्डर है। तो फिर हमने बोला भाई ऊपर वाले का नंबर दे दे, कौन है तेरे से जिसने ऑर्डर दिया। तो उससे बात हुई, वो बोल रहा है जी ऊपर से ऑर्डर है। मैं कहा भाई तो फिर काफ़ी ऊपर से ऑर्डर हैं, तो इन ऑर्डरों को तो इन्होंने टाइम नहीं दिया। नोटिस देते तो हम कुछ कार्रवाई कर पाते अपने। लेकिन इन्होंने तो मुश्किल से 15 मिनट भी नहीं लगाई। 3-4 JCB मशीन लगा के और 6-7 बड़े बड़े हेड्रा मशीन आई, 15 मिनट में शाम के टाइम ये काम करके चले गए। चलो, जो गवर्नमेंट ने करना था, हमें ये तो था भाई कुछ ना कुछ नुकसान करेगी हमें, लेकिन ये नहीं अंदाजा था भाई ये इस हिसाब से नुकसान। ਆਰਥਿਕਤਾ ਤੇ ਸੱਟ ਮਿਲਣਾ ਤਾਂ ਸਭ ਤੋਂ ਵੱਡੀ ਹੁੰਦੀ ਹੈ। ਅੱਛਾ ਰਾਣਾ ਸਾਹਿਬ, ਆਜੋ ਛਾਵੇਂ ਆਪਾਂ ਨਾਲ ਗੱਲ ਵੀ ਕਰਦੇ ਹਾਂ। ਅੱਛਾ, ਇੱਕ ਚੀਜ਼ ਇਹ ਵੀ ਹੈਗੀ ਹੈ ਕਿ ਜਿਵੇਂ ਹੁਣ ਤੁਸੀਂ ਦੱਸਿਆ ਕਿ ਇੱਥੋਂ ਤੁਹਾਨੂੰ ਆਰਥਿਕ ਤੌਰ ਤੇ ਜਿਹੜੀ ਹੈਲਪ ਮਿਲ ਰਹੀ ਸੀ, ਤੁਸੀਂ ਦੁੱਧ ਦੀ ਸੇਵਾ ਹੋਵੇ, ਚਾਹੇ ਉਹ ਪਾਣੀ ਦੀ ਸੇਵਾ ਹੋਵੇ, ਆਟੇ ਦੀ ਸੇਵਾ ਹੋਵੇ, ਹਰ ਤਰ੍ਹਾਂ ਦੀ ਸੇਵਾ ਕੀਤੀ ਆ। ਪਰ ਇੱਥੇ ਲਗਾਤਾਰ ਹੁਣ ਜਿਹੜਾ ਪਰੇਸ਼ਾਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। जी जी जी, ये तो अब गवर्नमेंट को पता है इस चीज़ का कि भाई ये यहाँ से हेल्प मिल रही है इनको। कुछ परमात्मा परीक्षा ले रहा है, कुछ गवर्नमेंट ले रही है। अब जो कुछ होगा देखी जाएगी।
अब लेकिन मैं एक बात क्लियर कर देता हूँ, ये वहम मन से निकाल दे कि भाई होटल बंद हो गया तो सेवा बंद हो जाएगी, ऐसा नहीं होगा। ना आंदोलन को कुछ फर्क पड़ने देंगे, ना सेवाओं को कुछ फर्क पड़ने देंगे। ये तो ऐसे ही रहेंगी और पहले से ज़्यादा रहेंगी, कम नहीं होएंगी। ਅੱਛਾ, ਆਮ ਦਿਨਾਂ ਦੇ ਵਿੱਚ ਇੱਥੇ ਪੂਰਾ ਭਰਿਆ ਹੁੰਦਾ ਸੀ। ਹੁਣ ਮੈਂ ਇੱਕ ਗੱਲ ਦੱਸਦਾ, ਗੱਡੀਆਂ ਤੁਹਾਨੂੰ ਜ਼ਰੂਰ ਦਿਖਦੀਆਂ ਹੋਣਗੀਆਂ ਖੜੀਆਂ, ਪਰ ਬਹੁਤੇ ਕਰਕੇ ਇੱਥੇ ਮੀਡੀਆ ਵਾਲੇ ਸਾਥੀ ਨੇ ਜਾਂ ਜਿਹੜੇ ਕੋਈ ਕਿਸਾਨ ਵਾਲੇ ਆ ਗਏ ਆ। आदमी पड़े हैं, सारी गाड़ियाँ उनकी हैं, सारियों पे झंडे लग रहे हैं लगभग, ये देखिए आप। तो ये तो किसानों की गाड़ी है, हमारे भाई भी दुख दर्द है, अपना आपस का एक परिवार है ये। तो ये जब आते हैं ਤਾਂ ਤੁਸੀਂ ਦੇਖੋ, ਇਹ ਇੱਥੇ ਵੀ ਲਿਖ ਕੇ ਲਾਇਆ ਹੋਇਆ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਗੋਲਡਨ ਹੱਟ ਰਾਮ ਸਿੰਘ ਰਾਣਾ ਦੇ ਵੱਲੋਂ ਕਿਸਾਨ ਭਰਾਵਾਂ ਦੇ ਲਈ ਫ੍ਰੀ ਜਲ ਸੇਵਾ, ਫ੍ਰੀ ਆਟਾ ਸੇਵਾ, ਫ੍ਰੀ ਦੁੱਧ ਸੇਵਾ, ਫ੍ਰੀ ਲੰਗਰ ਸੇਵਾ। ਤੇ ਇਹਦਾ ਹੀ ਉਹੀ ਖਾਮਿਆਜ਼ਾ ਹੋ ਰਿਹਾ। ਆਜੋ ਛਾਵੇਂ ਆਜੋ। कोई नहीं, अब क्या, अब जब इतने भाई धूम में वहाँ पड़े हैं लाखों आदमी, तो हम तो फिर भी चलो, तो कोई नहीं है, तो चलता रहेगा जैसे कैसे। ਅੱਛਾ, ਇੱਕ ਚੀਜ਼, ਇੱਕ ਅਪੀਲ ਮੈਂ ਵੀ ਜ਼ਰੂਰ ਕਰਨੀ ਚਾਹਾਂਗਾ, ਖਾਸ ਤੌਰ ਤੇ ਜਿੰਨੇ ਵੀ ਡਰਾਈਵਰ ਭਰਾ ਨੇ, ਜਿਹੜੇ ਖਾਸ ਤੌਰ ਤੇ ਪੰਜਾਬ ਤੋਂ ਦਿੱਲੀ ਆ ਜਾਂਦੇ ਨੇ, ਇੱਥੇ ਯਾਰ ਤੁਸੀਂ ਜ਼ਰੂਰ ਰੁਕੋ ਹੈ ਨਾ। ਇੱਕ ਦੂਜੇ ਨਾਲ ਜ਼ਰੂਰ ਇਹ ਜਿਹੜਾ ਇੱਕ ਦਰਦ ਆ, ਇਹ ਜ਼ਰੂਰ ਸਾਂਝਾ ਕਰੋ, ਸਾਹਮਣੇ ਲਿਆਓ ਇਹ ਗੱਲ ਕਿ ਲੋਕਾਂ ਤੱਕ ਪਹੁੰਚ ਸਕੇ, ਹੈ ਨਾ। ਕਿ ਜਿਹੜਾ ਬੰਦਾ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਿਹਾ, ਤੁਸੀਂ ਇੱਕ ਵਾਰ ਫਿਰ ਤੋਂ ਜਿਹੜਾ ਸੁਰਜੀਤ ਕਰ ਦਿਓ ਆਪੋ ਆਪਣੇ ਸੋਸ਼ਲ ਮੀਡੀਆ ਦੇ ਉੱਤੇ। ਇਹਨਾਂ ਦੀ ਜਿਹੜੀ ਇਹ ਕਹਾਣੀ ਆ ਜ਼ਰੂਰ ਦਿਖਾਓ। ਜੇ ਇੱਥੋਂ ਤੁਹਾਨੂੰ ਫਿਰ ਤੋਂ ਦਰਸ਼ੀ ਤੇ ਦਿਖਾਵੇਂ ਇੱਕ ਵਾਰ, ਉਹ ਦੇਖੋ ਤੁਸੀਂ, ਹਰਿਆਣਾ ਪੁਲਿਸ ਇੰਸਪੈਕਟਰ ਉਹ ਲੱਗੀਆਂ ਉਹਨਾਂ ਦੇ ਪੈਟਰੋਲ ਵਾਲੇ ਵਾਹਨ ਤੇ। ਆਓ ਦੇਖੋ, ਉਹ ਕੱਟ ਬੰਦ ਕਰਤਾ, ਤਾਂ ਅੱਗੋਂ ਇੱਧਰੋਂ ਹੀ ਗੱਡੀ ਮੁੜ ਆਉਂਦੀ ਸੀ, ਤਾਂ ਹੁਣ ਬਹੁਤ ਦੂਰ ਜਾਣਾ ਪੈਂਦਾ, ਜਾਂ ਪਿੱਛੋਂ ਤਾਂ ਕੱਟ ਮੈਨੂੰ ਲੱਗਦਾ ਕਿ ਇੱਥੋਂ ਅੱਗੋਂ ਘੁੰਮ ਕੇ ਆਉਣਾ ਪੈਂਦਾ, ਤਾਂ ਉਹੀ ਦਿੱਕਤ ਆਉਂਦੀ ਹੈ। ਅੱਛਾ ਰਾਣਾ ਸਾਹਿਬ, ਕਿਸਾਨ ਆਗੂਆਂ ਦੇ ਨਾਲ ਵੀ ਕੋਈ ਗੱਲ ਹੋਈ ਹੈ ਇਹਦੇ ਉੱਤੇ? ਕਿਸਾਨ ਆਗੂਆਂ ਨੇ ਕੋਈ ਕਿਹਾ ਵਾ? ਕਿਉਂਕਿ ਕਿਸਾਨ ਆਗੂ ਤਾਂ ਹਰ ਇੱਕ ਗੱਲ ਜਿਹੜੀ ਆ ਚੱਕਦੇ ਆ, ਮਸਲੇ ਚੱਕਦੇ ਆ। ऐसे जी मैसेज आया हुआ है उनकी तरफ से भी, और आज शाम तक का टाइम है। उन्होंने कहा हुआ है कि भाई हम शाम तक जो भी डिसीजन होगा, हमने भी उन्हीं के ऊपर छोड़ रखा है। जैसे भी जो भी, क्यों हम ऐसा कोई कदम नहीं उठाएंगे जिससे हमारा आंदोलन खराब हो, जिससे हमारी 7 महीने की मेहनत है। ਅੱਛਾ, ਤੁਸੀਂ ਦੱਸ ਰਹੇ ਸੀਗੇ ਕਿ ਕਹਿੰਦੇ ਸੀਗੇ ਜੋਸ਼ 'ਚ ਆ ਕੇ ਨੌਜਵਾਨ ਕਿਸਾਨ ਕਿਆ ਚੱਕ ਦਿੰਦੇ ਆ, ਤੁਸੀਂ ਕਿਹਾ नहीं, जोश और होश यही तो फर्क होता है। हमने बाद में भी संभालना है। हमने अगर उठाएगी तो गवर्नमेंट अपने हाथ से उठाएगी, अगर नहीं उठाएगी तो बेशक रखे रहे। अगर गवर्नमेंट चाहे तो होटल घेरना भी चाहे तो आज ही घेर ले, बार बार परेशान ना करें। हरासमेंट एक ही बार होगी, बार बार। मतलब एडी एक्सट्रीम लेवल की कार्रवाई भी ਤੁਸੀਂ सोचते हो कि हो सकती? बिल्कुल, ये मैसेज आ चुका है मेरे पास भाई, या तो अब भी मान जा, नहीं तो ये तोड़ने की भी नौबत आ सकती है। लेकिन चलो, सरकार समय का भगवान होता है, और भगवान जब शैतान का रूप बन जाता है तो देखे जाएगी। अच्छा, ਕੀ ਕਹਿੰਦੇ ਕਿ ਹਮਾਇਤ ਕਰਨੀ ਬੰਦ ਕਰ ਦਿਓ ਕਿਸਾਨਾਂ ਦੀ? ਹੈ हाँ जी भाई, आप अब भी मानोगे या इससे आगे कुछ और इच्छा है कराने की? ਕਿਹਨੇ ਕਿਹਾ ਇਹ? ਪ੍ਰਸ਼ਾਸਨ ਦੇ ਕਿਸੇ ਨੇ? प्रशासन कभी भी सामने आके नहीं कहता, ਵਿੱਚ ਬੰਦੇ ਪਾ ਕੇ। इनके तो नुमाइंदे होते हैं जो मैसेज देते हैं। तो बाकी चलो, ਸਾਫ਼ ਸ਼ਬਦਾਂ ਦੇ ਵਿੱਚ ਕਹਿ ਗਿਆ ਕਿ ਹੁਣ ਵੀ ਮੰਨ ਜਾਓ, ਨਹੀਂ ਤਾਂ ਫਿਰ ਇਦੋਂ ਅਗਲੀ ਕਾਰਵਾਈ ਲਈ ਵੀ ਤਿਆਰ ਹੋ ਜਾਓ। हाँ जी, हाँ जी, पर आप पीछे नहीं हटेंगे, ये हम भी कह देते हैं। जो आपने करना है, आपकी छुट्टी है गवर्नमेंट की, हरियाणा गवर्नमेंट की, सेंट्रल गवर्नमेंट की, जो करना है करें। आंदोलन इन छोटी छोटी सी बातों से पीछे नहीं हटेगा, ना टूटेगा और ना हम झुकेंगे। हमने तो पहले दिन प्रण किया था भाई आंदोलन खत्म होने की, भाई हफ्ते बाद तक राणा जी सेवा करेंगे। तो राणा जी सेवा हफ्ते छोड़ो, 10 दिन बाद तक करेंगे। वो चीज़ सब अपने दिमाग में फिट कर लें, तो उस चीज़ से हम घबराने वाले नहीं है। कोई अफसर या गवर्नमेंट इस चीज़ को चाहे सोचे कि भाई ये कमज़ोर हो जाएगा या पड़ जाएगा या सेवाएं रुक जाएगी। होटल बंद किया है, कोई नहीं, मैं इसको बेच के कुछ और अपना, ये अच्छी खासी प्रॉपर्टी है, 8-10 करोड़ की है, मैं बेच दूंगा, क्या करूँगा मैं फिर? जब बंद हो गया तो मेरे को तो बेचने में 8 की बिकेगी, 7 की बिकेगी, 10 की नहीं बिकेगी, ये फ़र्क है बस। तो कम से कम किसी और भाई को अगर मैं दूंगा, वो पत्थर भी हट जाएंगे और वो चल भी जाएगा उसका, उसके लिए तो वो 10 का ही बन गया। तो और बना बनाया नाम मिल गया उसको, बना बनाया काम मिल गया, गाहक मिल गए बने। तो मैं उन चीज़ों को तो कभी सोचना ही नहीं है। गवर्नमेंट तो हमने तो जिस दिन शुरू किया था उस दिन से आभास है, और पहले बहुत इन्होंने मेरे साथ मतलब नोटिसबाजी है, वो आँख में चौली खेल ली है, और आगे भी। ਅੱਛਾ, ਇਹਦੇ ਬਾਰੇ ਕੋਈ ਨੋਟਿਸ ਨਹੀਂ ਆਇਆ ਕਿ ਬੰਦ ਕਰਨੀ ਹੈ? ਇਹ ਸਿੱਧੀ ਕਾਰਵਾਈ ਸੀ? ऐसे जी कोई नोटिस नहीं, कोई मैसेज नहीं, कोई फ़ोन नहीं, सीधा आए हैं और 15-20 मिनट में सारा
काम करके अपना चले गए हैं। पर चलो कोई नहीं, जो करना था। ਬਿਲਕੁਲ ਦਰਸ਼ੀ ਇੱਕ ਵਾਰ ਜੇ ਇੱਥੋਂ ਫਿਰ ਤੋਂ ਦਿਖਾਵੇਂ ਗੱਡੀਆਂ ਜਾ ਰਹੀਆਂ ਨੇ ਤਾਂ ਦੇਖੋ ਤੁਸੀਂ ਸਲਿੱਪ ਰੋਡ ਜਿਹੜੀ ਬੰਦ ਕੀਤੀ ਹੈ ਤਾਂ ਤੁਸੀਂ ਜੇ ਦੇਖ ਕੇ ਦੇਖੋ ਤਾਂ ਆਮਦ ਬਿਲਕੁਲ ਨਹੀਂ ਹੈਗੀ ਗੱਡੀਆਂ ਦੀ, ਸਿੱਧੀਆਂ ਲੰਘ ਰਹੀਆਂ ਨੇ ਕਿਉਂਕਿ ਹਰ ਇੱਕ ਨੂੰ ਈਜ਼ੀ ਚਾਹੀਦਾ ਹੁੰਦਾ ਕਿ ਅਸੀਂ ਅਪਰੋਚ ਈਜ਼ੀ ਚਾਹੀਦੀ ਹੁੰਦੀ ਹੈ। ਇੱਕ ਰਾਣਾ ਸਾਹਿਬ ਇਹ ਵੀ ਗੱਲ ਆ ਕਿ ਤੁਸੀਂ ਪਹਿਲਾਂ ਆਪਣੀ ਪੈਟਰੋਲ ਪੰਪ ਜਿੱਥੇ ਖੋਲ੍ਹਣਾ ਸੀ ਉਹ ਜ਼ਮੀਨ ਵੀ ਤੁਸੀਂ ਸੇਲ ਕੀਤੀ ਸੀ, ਘਰ ਦੇ ਉੱਤੇ ਵੀ ਤੁਸੀਂ ਜਿਹੜਾ ਲੋਨ ਲਿਆ ਸੀਗਾ, ਆਰਥਿਕਤਾ ਤਾਂ ਬਿਲਕੁਲ ਦੇਖੋ ਬਾਰ-ਬਾਰ ਮੈਨੂੰ ਲੱਗਦਾ ਕਿ ਜ਼ਖਮ ਕੁਰੇਦਣ ਵਾਲੀ ਗੱਲ ਹੋ ਜਾਂਦੀ ਹੈ, ਆਰਥਿਕਤਾ ਤਾਂ ਬਹੁਤ ਹਿੱਟ ਹੁੰਦੀ ਹੈ ਪਰ ਇਹ ਚੀਜ਼ਾਂ ਬਿਲਕੁਲ ਸਾਹਮਣੇ ਆਉਣੀਆਂ ਚਾਹੀਦੀਆਂ ਲੋਕਾਂ ਦੇ ਵੀ। ऐसा है जी, अब इस चीज़ में क्या कर सकते हैं, अब आंदोलन है और लंबा हो गया और जिम्मेवारी ली है तो पता नहीं क्या क्या बेचना पड़ेगा, लेकिन आंदोलन में कोई कमी रह जाए ये मैं एक दिन भी ऐसा नहीं आने दूंगा। सभी किसान भाइयों का दिल से साथ दिया और दिल से साथ दूंगा। जो कुछ बिक रहा है या जो कुछ अब ये होटल बंद हो गया, ये मेरी लड़ाई है, इसमें किसी को मैं नहीं बीच में कहूँगा किसी का कसूर है, लेकिन वो हमारी लड़ाई है। मैं मेरी लड़ाई हार जाऊँगा लेकिन हमारी लड़ाई है जो हम हमारी लड़ाई को जीतेंगे। हम हमारी एकता हमारी सबसे बड़ी पहचान है और सबसे बड़ी ताकत है। ਰਾਣਾ ਸਾਹਿਬ ਦੁਨੀਆ ਭਰ ਦੇ ਪੰਜਾਬੀ ਦੇਖਦੇ ਪਏ ਨੇ ਡੇਲੀ ਪੋਸਟ ਦੇ ਮਾਧਿਅਮ ਦੇ ਨਾਲ ਕਿਉਂ ਔਰ ਮੈਨੂੰ ਲੱਗਦਾ ਕਿ ਜਿਹੜੀਆਂ ਤੁਹਾਡੀਆਂ ਅਪੀਲਾਂ ਹੁੰਦੀਆਂ ਨੇ ਲੋਕਾਂ ਨੇ ਉਹਦੇ ਉੱਤੇ ਲੋਕ ਯਕੀਨ ਵੀ ਕਰਦੇ ਨੇ, ਲੋਕ ਉਹਦੇ ਉੱਤੇ ਆਪਣਾ ਪੱਖ ਵੀ ਰੱਖਦੇ ਨੇ। ਅੱਜ ਕੀ ਕਹੋਗੇ ਕਿਉਂਕਿ ਅੱਜ ਮੈਨੂੰ ਲੱਗਦਾ ਕਿ ਮੋਰਲੀ ਸਪੋਰਟ ਦੀ ਵੀ ਬਹੁਤ ਲੋੜ ਹੈ, ਆਰਥਿਕਤਾ ਦੇ ਤੌਰ ਤੇ ਸਪੋਰਟ ਦੀ ਵੀ ਬਹੁਤ ਲੋੜ ਹੈ। ऐसा है जी, मैं कुछ नहीं कहूँगा इस बारे में, मैं तो सिर्फ यही कहूँगा आप आंदोलन में ज़्यादा से ज़्यादा पहुँचे और कोई भाई से करना चाहता है तो मोस्ट वेलकम है। आपसे कहूँगा एक बार नंबर ज़रूर दिखाएं भाई से, तो जैसे ਬਿਲਕੁਲ ਨੰਬਰ ਵੀ ਅਸੀਂ ਦਿਖਾ ਵੀ ਦਿੰਦੇ ਹਾਂ, ਨੰਬਰ ਬੋਲ ਵੀ ਦਿੰਦੇ ਹਾਂ ਤਾਂ ਤੁਸੀਂ ਆਹ ਦੇਖ ਸਕਦੇ ਹੋ ਰਾਮ ਸਿੰਘ ਰਾਣਾ ਹੋਰਾਂ ਦਾ ਇਹ ਹੋਟਲ ਹੈ ਜੀ। 98 96 70 37 98 ਨੰਬਰ ਹੈ ਜੀ। ਤਾਂ ਬਿਲਕੁਲ ਦੇਖੋ ਤੁਸੀਂ ਦਰਸ਼ਕ ਲੋਕ ਵੀ ਆਏ ਹੋਏ ਨੇ ਬਿਲਕੁਲ। ਤਾਂ ਬਿਲਕੁਲ ਰਾਮ ਸਿੰਘ ਰਾਣਾ ਜੀ ਹੋਰਾਂ ਦੇ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ। ਕੁਝ ਇੱਥੇ ਨੌਜਵਾਨ ਆਏ ਨੇ, ਕਿਸਾਨ ਆਗੂ ਵੀ ਨੇ। ਆਜੋ ਭਾਜੀ ਤੁਸੀਂ ਵੀ ਆਜੋ। ਬਾਈ ਜੀ ਆ ਨਵਾਂ ਇਹਨਾਂ ਨੂੰ ਉਹਨਾਂ ਨੇ सरकार ने एक तगमा होर देता, बंद करती स्लिप रोड। देखिए सरकार जितनी अपनी कोशिश करना जानती है उतनी कर लेगी, लेकिन हम जो सेवा भाई ने हमारी करी है, हमारा पहला फर्ज ये बनता है कि हम भाई के साथ खड़े मिलें। और मैं समझता हूँ कि ये सरकार के सारे प्रयास विफल होने वाले हैं। जैसे पहले के षड्यंत्र फैल हुए हैं, ये भी एक सरकार का सोची समझी चाल है। हमारे भाई ने हमारी बिल्कुल तन मन धन से सेवा की है और इसके अगर किसी कार्य के ऊपर कोई फर्क पड़ेगा तो वो हमारे ऊपर पड़ेगा। इसलिए हमारी पहली जिम्मेदारी बनती है कि हम भाई के साथ खड़े हैं। और आज आप देखोगे कि ये जो चल रहा है इस मामला का हल, इस समस्या का हल जल्दी कर दिया जाएगा। बिल्कुल जल्दी कर दिता जाऊगा। तो बिल्कुल थोड़े किसान आगू भी आए ने तो उन्होंने नाल भी गलबात करांगे। तुसीं ये देखो कि ये सारे जिहड़े नौजवान ने वो भी इत्थे आ रहे ने। ਤਾਂ ਇੱਥੇ ਹੋਰ ਕਿਸਾਨ ਆਗੂ ਆਏ ਨੇ, ਮਨਜੀਤ ਸਿੰਘ ਧਨੇਰ ਹੋਰੀ ਆਏ ਨੇ, ਮਨਜੀਤ ਸਿੰਘ ਰਾਏ ਹੋਰੀ। ਰਾਏ ਸਾਹਿਬ ਆ ਜਾਓ, ਤੁਸੀਂ ਵੀ ਆ ਜਾਓ। ਆਹ ਨਵਾਂ ਦੇਤਾ ਉਹਨਾਂ ਨੇ ਇੱਕ ਸਨਮਾਨ ਹੋਰ ਦੇਤਾ ਸਰਕਾਰ ਨੇ। ਸਲਿੱਪ ਰੋਡ ਹੀ ਬੰਦ ਕਰਤੀ, ਕਹਿੰਦੇ ਇਹ ਤੋਂ ਖਰਚਾ ਚੱਲਦਾ ਸੀ ਉਧਰ ਵਾਸਤੇ ਤੇ ਇਹਦੇ ਉੱਤੇ ਜਿਹੜਾ ਉਹਨਾਂ ਨੇ ਸਰਕਾਰ ਨੇ ਲੋਕ ਮਾਰਤਾ। ਕੋਈ ਗੱਲ ਨਹੀਂ ਜੀ, ਇਸੇ ਕਰਕੇ ਆਏ ਆ ਉੱਥੋਂ ਦਿੱਲੀੋਂ ਬਾਰਡਰ ਤੋਂ ਸਿੰਘੂ ਤੋਂ। ਇਹ ਚੱਕ ਦਿਆਂਗੇ ਜੀ, ਇਹ ਕੋਈ ਏਡੀ ਗੱਲ ਨਹੀਂ। ਜੇ ਬੜੇ ਬਾਰਡਰ ਚੱਕਦੇ ਇਹ ਕੀ ਚੀਜ਼ ਹੈ? ਇਹ ਸਰਕਾਰ ਦਾ ਧੱਕਾ ਜਿਹੜਾ ਨਹੀਂ ਰਹਿਣ ਦਿਆਂਗੇ। ਇਹ ਬਿਲਕੁਲ ਸਰਕਾਰ ਧੱਕਾ ਕਰ ਰਹੀ ਹੈ। ਇਹ ਰਾਮ ਸਿੰਘ ਰਾਣਾ ਜੀ ਦੀ ਜਿਹੜੀ ਸੇਵਾ ਆ ਉਹ ਬੇਮਿਸਾਲ ਸੇਵਾ ਆ, ਨਿਸ਼ਕਾਮ ਸੇਵਾ ਆ। ਇਹਨਾਂ ਨੇ ਪਹਿਲਾਂ ਪਾਣੀ ਦੀ ਸੇਵਾ ਸ਼ੁਰੂ ਕੀਤੀ, ਫਿਰ ਆਟੇ ਦੀ ਕੀਤੀ, ਹੁਣ ਦੁੱਧ ਦੀ ਸੇਵਾ ਸ਼ੁਰੂ ਕੀਤੀ ਹੈ। ਤੇ ਸਰਕਾਰ ਕੁਝ ਜਿਹੀਆਂ ਹਰਕਤਾਂ ਕਰ ਰਹੀ ਹੈ ਇਹ ਬਿਲਕੁਲ ਨਹੀਂ ਚੱਲਣ ਦਿਆਂਗੇ। ਸਾਡੇ ਹੋਰ ਆਗੂ ਵੀ ਆ ਰਹੇ ਨੇ, ਅਸੀਂ ਹੁਣੇ ਮੀਟਿੰਗ ਕਰਕੇ ਬੱਤੀਆਂ ਦੀ ਤੇ ਉੱਥੋਂ 5-6 ਆਗੂ ਅਸੀਂ 7 ਚੱਲੇ ਆ, ਪਿੱਛੇ ਗੱਡੀਆਂ 'ਚ ਆ ਰਹੇ ਆ। ਇਹੀ ਫੈਸਲਾ ਹੁਣ ਆਪਾਂ ਇੱਥੇ ਇਕੱਠੇ ਹੋ ਕੇ ਲਵਾਂਗੇ ਵੀ ਇਹ ਕੋਈ ਏਡੀ ਗੱਲ ਨਹੀਂ ਸਾਨੂੰ ਚੱਕਣ ਲਈ। ਬੜੇ ਬੈਰੀਕੇਡ ਚੱਕਦੇ ਤਾਂ ਸਰਕਾਰ ਨੂੰ ਚੈਲੰਜ ਵੀ ਕਰਾਂਗੇ। ਇਸ ਖੱਟੜ ਸਰਕਾਰ ਨੂੰ ਕਵਾਂਗੇ ਵੀ ਜੇ ਤੇਰੇ 'ਚ ਜੁਰਤ ਆ ਫੇ ਆ ਜਾ, ਐਡੀ ਕੋਈ ਗੱਲ ਨਹੀਂ ਵੀ ਇਹ 'ਚ ਧੱਕਾ ਕਰ ਲਓਗੇ ਤੁਸੀਂ, ਇਹ ਧੱਕਾ ਸਹਿ ਲਾਂਗੇ। ਜਿਹੜੇ ਸਾਡੇ ਨਾਲ ਕੋਈ ਵੀ ਇੱਕ ਸ਼ਖਸ ਖੜਾ ਹੋਇਆ ਇਹਨਾਂ ਨੇ ਹੁਣ ਤੱਕ ਕੀਤਾ ਇੱਦਾਂ। ਜੇ ਕੋਈ ਸਿੰਗਰ ਵੀਰ ਖੜਦੇ ਸੀ ਉਹਨਾਂ ਨੂੰ NIA ਦੇ ਨੋਟਿਸ, ਜੇ ਕੋਈ ਸਾਨੂੰ ਲਾਗੇ ਦੀ ਬਿਲਡਿੰਗ ਕਿਸੇ ਨੇ ਦੇਤੀ ਵੀ ਤੁਸੀਂ ਇਹ 'ਚ ਰਹਿ ਸਕਦੇ ਹੋ, ਉਹਨਾਂ ਦੇ ਬਿਜਲੀ ਦੇ ਬਿੱਲ 21 ਲੱਖ ਦੇ 18 ਲੱਖ ਦੇ ਭੇਜਤੇ। ਇਹ ਸਰਕਾਰ ਕੁਝ ਜਿਹੀਆਂ ਹਰਕਤਾਂ ਕਰਦੀ ਆ। ਅੱਜ ਰਾਣਾ ਜੀ ਨੇ ਏਡੀ ਸੇਵਾ ਨਿਭਾਈ ਆ, ਇਹਨਾਂ ਨੇ ਇੱਕ ਆਪਣਾ ਢਾਬਾ ਪੂਰਾ ਬੰਦ ਕਰਕੇ ਵੇਖੋ। ਇਹਨਾਂ ਦੀ ਸੇਵਾ ਦਾ ਦੇਣਾ ਅਸੀਂ ਦੇ ਨਹੀਂ ਸਕਦੇ।
ਕਿਉਂਕਿ ਇਹਨਾਂ ਨੇ ਇੱਕ ਆਪਣਾ ਪੂਰਾ ਕਾਰੋਬਾਰ ਇੱਕ ਸਾਈਡ ਦਾ ਬੰਦ ਕਰਕੇ ਤਾਂ ਉਹ ਅੰਦੋਲਨ ਦੇ ਨਾਮ ਲਾਇਆ ਤੇ ਜਦੋਂ ਅੰਦੋਲਨ ਦੇ ਨਾਮ ਲਾਇਆ ਤੇ ਅਸੀਂ ਇਹਨਾਂ ਦੇ ਰਿਣੀ ਆ ਪੂਰੇ ਸਾਰੇ ਹੀ ਸਾਰਾ ਸੰਯੁਕਤ ਮੋਰਚਾ ਇਹਨਾਂ ਦਾ ਰਿਣੀ ਆ। ਸੋ ਇਸ ਕਰਕੇ ਅਸੀਂ ਅੱਜ ਬਿਲਕੁਲ ਜਦੋਂ ਸਾਨੂੰ ਸ਼ਾਮੀ ਪਤਾ ਲੱਗਿਆ ਇਸ ਗੱਲ ਬਾਰੇ ਵਾਕਿਆ ਬਾਰੇ ਸਾਰਾ ਅਸੀਂ ਉਸ ਵੇਲੇ ਹੀ ਸਾਰਿਆਂ ਨੇ ਕਾਲ ਕਰ ਲਈ, ਮਨ ਤਾਂ ਕਰਦਾ ਸੀ ਉਸੇ ਵੇਲੇ ਹੀ ਵੀ ਅਸੀਂ ਹੁਣੇ ਚੱਲੀਏ ਟਰੈਕਟਰ ਲੈ ਕੇ ਚੱਕ ਦਈਏ ਜਿਹੜੇ ਨਹੀਂ ਲਾਏ ਲੂਏ ਆ, ਪਰ ਫਿਰ ਇਹ ਪਲਾਨ ਕੀਤਾ ਵੀ ਆਪਾਂ ਸਾਰੇ 32 ਇਕੱਠੇ ਹੋਈਏ ਸਾਡੀ ਰਾਇ ਹੋਵੇ। ਉਹ 32 ਦੀ ਹੁਣ ਸਵੇਰ ਅਸੀਂ ਅਰਲੀ ਐਮਰਜੈਂਸੀ ਮੀਟਿੰਗ ਬੁਲਾ ਕੇ ਮੀਟਿੰਗ 'ਚ ਫੈਸਲਾ ਲੈ ਕੇ ਕਿ ਜਿਸ ਤਰ੍ਹਾਂ ਰਾਣਾ ਜੀ ਕਹਿਣਗੇ ਅਸੀਂ ਰਾਣਾ ਜੀ ਦੇ ਨਾਲ ਬਿਲਕੁਲ ਕੰਧ ਦੀ ਤਰ੍ਹਾਂ ਦੀਵਾਰ ਦੀ ਤਰ੍ਹਾਂ ਖੜੇ ਆ। ਜੇ ਰਾਣਾ ਜੀ ਕਹਿੰਦੇ ਇਹਨਾਂ ਨੂੰ ਹੁਣੇ ਚੱਕਣਾ ਹੁਣੇ ਚੱਕ ਦਿਆਂਗੇ, ਜੇ ਰਾਣਾ ਜੀ ਕਹਿਣਗੇ ਹਜੇ ਰੋਕ ਕੇ ਚੱਕਣਾ ਰੋਕ ਕੇ ਚੱਕਾਂਗੇ। ਬਿਲਕੁਲ ਇਹਨਾਂ ਦਾ ਅੰਤਮ ਫੈਸਲਾ ਰਾਣਾ ਜੀ ਦਾ ਹੋਏਗਾ। ਸੰਯੁਕਤ ਮੋਰਚਾ ਇਹਨਾਂ ਦੇ ਹਰ ਸਾਹ ਦੇ ਨਾਲ ਖੜਾ ਹੈ, ਹਰ ਆਵਾਜ਼ ਦੇ ਨਾਲ ਖੜਾ ਹੈ, ਜਿਹੜਾ ਸੁਨੇਹਾ ਦੇਣਗੇ ਉਹਦੇ ਨਾਲ ਖੜਾ ਹੈ। ਸੰਯੁਕਤ ਮੋਰਚੇ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਵੀ ਇਹਦੇ ਬਾਰੇ ਅਪੀਲ ਕੀਤੀ ਜਾਵੇ ਕਿ ਸਰਕਾਰ ਨੂੰ, ਕਿਉਂਕਿ ਅਕਸਰ ਜਿਹੜਾ ਤੁਸੀਂ ਜੋ ਵੀ ਹੁੰਦਾ ਉਹ ਸਰਕਾਰਾਂ ਨੂੰ ਅਪੀਲ ਵੀ ਕਰਦੇ ਹੋ। ਬਿਲਕੁਲ ਇਹੀ ਪਲੈਨਿੰਗ ਹੋਈ ਆ ਹੁਣ ਕਿ ਆਪਾਂ ਪਹਿਲਾਂ ਰਾਣਾ ਜੀ ਨਾਲ ਡਿਸਕਸ ਕਰ ਲਈਏ, ਕਰਕੇ ਤਾਂ ਫਿਰ ਆਪਾਂ ਜਿਹੜਾ ਸੰਯੁਕਤ ਮੋਰਚੇ ਵੱਲੋਂ ਇੱਕ ਉਹਨਾਂ ਨੂੰ ਪਹਿਲਾਂ ਦੇ ਕੇ ਆਵਾਂਗੇ ਐਪਲੀਕੇਸ਼ਨ ਲੋਕਲ ਪ੍ਰਸ਼ਾਸਨ ਨੂੰ ਵੀ ਤੁਸੀਂ ਆਪ ਹਟਾ ਲਓ ਇਹਨੂੰ। ਇਹ ਪਲਾਨ ਇਹ ਬਣਿਆ ਸੀ ਵੀ ਉਹਨਾਂ ਨੂੰ ਕਹਾਂਗੇ ਆਪ ਹਟਾ ਲਓ। ਇਹ ਸਾਡੀ ਆਪਣੀ ਰਾਏ ਆ ਪਰਸਨਲੀ, ਜੇ ਰਾਣਾ ਜੀ ਕਹਿਣਗੇ ਚੱਕਣ ਤਾਂ ਚੱਕ ਦੇਣਾ ਹੀ। ਸੋ ਉਹਨਾਂ ਨੂੰ ਕਹਿਣਾ ਵੀ ਇਹਨੂੰ ਹਟਾ ਲਓ, ਜੇ ਨਹੀਂ ਹਟਾਉਂਦੇ ਫਿਰ ਉਹਨਾਂ ਨੂੰ ਅਲਟੀਮੇਟਮ ਦੇ ਕੇ ਅੱਜ ਦਾ ਕੱਲ੍ਹ ਨੂੰ ਸਵੇਰੇ ਚੱਕ ਦਿਆਂਗੇ। ਕੋਈ ਏਡੀ ਗੱਲ ਨਹੀਂ ਹੈ, ਇਹ ਵੱਡੀ ਗੱਲ ਨਹੀਂ ਸਾਡੇ ਲਈ। ਇਹ ਚੱਕਣਾ ਹੈ ਜਿਹੜਾ ਇਹ ਸਾਨੂੰ ਨਜ਼ਰ ਆਉਂਦਾ ਹੈ ਕਿ ਇੱਥੇ ਕੋਈ ਜ਼ਰੂਰਤ ਨਹੀਂ ਸੀ ਇਸ ਗੱਲ ਦੀ। ਇਹ ਜਾਣਬੁੱਝ ਕੇ ਇੱਕ ਸਰਕਾਰ ਦੀ ਕੋਝੀ ਹਰਕਤ ਹੈ, ਇੱਕ ਇਹ ਛੜਯੰਤਰ ਰਚਿਆ ਜਾ ਰਿਹਾ ਕਿ ਅੰਦੋਲਨਕਾਰੀਆਂ ਦੇ ਨਾਲ ਜਿਹੜਾ ਵੀ ਖੜੇਗਾ ਉਹਨੂੰ ਕਿਸੇ ਤਰ੍ਹਾਂ ਦਬਾਉਣਾ, ਕਮਜ਼ੋਰ ਕਰਨਾ, ਡਰ ਦਾ ਮਾਹੌਲ ਪੈਦਾ ਕਰਨਾ, ਇਦਾਂ ਦਾ ਮਾਹੌਲ ਪੈਦਾ ਕਰ ਰਹੇ ਨੇ। ਪਰ ਉਹ ਨਹੀਂ ਹੋਣ ਦਿਆਂਗੇ। ਅਸੀਂ ਬਿਲਕੁਲ ਤਕੜੇ ਹੋ ਕੇ ਬਿਲਕੁਲ ਇੱਕਦਮ ਕਹਿ ਦਿਓ ਕਿ ਦੀਵਾਰ ਬਣ ਕੇ ਅਸੀਂ ਰਾਮ ਸਿੰਘ ਰਾਣਾ ਜੀ ਦੇ ਨਾਲ ਖੜੇ ਹਾਂ ਔਰ ਅਸੀਂ ਇਹ ਅਪੀਲ ਵੀ